ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਮਨਜੋਤ ਸਿੰਘ। ਮੈਂ ਨਿੱਜੀ ਸੁਰੱਖਿਆ ਦਾ ਵੋਕੇਸ਼ਨਲ ਟ੍ਰੇਨਰ ਹਾਂ। ਨਿੱਜੀ ਸੁਰੱਖਿਆ ਜੋ ਕਿ 9ਵੀਂ ਤੋਂ 12ਵੀਂ ਤੱਕ ਪੜ੍ਹਾਈ ਜਾਂਦੀ ਹੈ। ਇਸ ਵਿੱਚ 9ਵੀਂ ਤੋਂ 12ਵੀਂ ਤੱਕ ਸੁਰੱਖਿਆ ਸੇਵਾਵਾਂ ਅਤੇ ਸੁਰੱਖਿਆ ਗਾਰਡ ਦੇ ਕੰਮ, ਡਿਊਟੀਆਂ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਅਤੇ ਹੋਰ ਸਭ ਗੱਲਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਹੁਣ ਆਪਾਂ 10ਵੀਂ ਕਲਾਸ ਦੇ ਕਿਸੇ ਇੱਕ ਪਾਠ ਦੇ ਬਾਰੇ ਡਿਸਕਸ ਕਰਾਂਗੇ। ਵੈਸੇ ਤਾਂ ਨਿੱਜੀ ਸੁਰੱਖਿਆ ਦੇ ਵਿੱਚ ਸਿਰਫ ਪੜ੍ਹਾਈ ਹੀ ਨਹੀਂ, ਇਸ ਦੇ ਵਿੱਚ ਪ੍ਰੈਕਟੀਕਲ ਜਿਵੇਂ ਕਿ ਡਰਿੱਲ ਜਾਂ ਹੋਰ ਇਕਵਿਪਮੈਂਟ ਯੰਤਰ ਜੋ ਕਿ ਨਿੱਜੀ ਸੁਰੱਖਿਆ ਦੇ ਵਿੱਚ ਵਰਤੇ ਜਾਂਦੇ ਹਨ ਜਾਂ ਕਿਸੇ ਸਿਕਿਉਰਿਟੀ ਗਾਰਡ ਵੱਲੋਂ ਸੁਰੱਖਿਆ ਦੇ ਮੰਤਵ ਨੂੰ ਲੈ ਕੇ ਵਰਤੇ ਜਾਂਦੇ ਹਨ, ਉਸ ਦੇ ਬਾਰੇ ਵਿੱਚ ਸਭ ਜਾਣਕਾਰੀ 9ਵੀਂ ਤੋਂ 12ਵੀਂ ਦੇ ਵਿੱਚ ਦਿੱਤੀ ਜਾਂਦੀ ਹੈ। ਅੱਜ ਆਪਾਂ ਗੱਲ ਕਰਾਂਗੇ 10ਵੀਂ ਦੇ ਇੱਕ ਯੂਨਿਟ ਸਫਾਈ ਅਤੇ ਸੁਰੱਖਿਆ ਦੇ ਰਿਗਾਰਡਿੰਗ। ਸਫਾਈ ਅਤੇ ਸੁਰੱਖਿਆ ਇੱਕ ਸੁਰੱਖਿਆ ਗਾਰਡ ਲਈ ਬਹੁਤ ਜ਼ਿਆਦਾ ਅਹਿਮ ਹੁੰਦੀ ਹੈ, ਕਿਉਂਕਿ ਸਫਾਈ ਅਤੇ ਸੁਰੱਖਿਆ ਦੇ ਨਾਲ ਹੀ ਸੁਰੱਖਿਆ ਗਾਰਡ ਦੀ ਅਲੱਗ ਪਹਿਚਾਣ ਬਣਦੀ ਹੈ। ਜਿਵੇਂ ਕਿ ਆਪਾਂ ਗੱਲ ਕਰੀਏ ਸਫਾਈ ਇੱਕ ਵਰਦੀ ਤੋਂ ਲੈ ਕੇ ਇੱਕ ਸੁਰੱਖਿਆ ਗਾਰਡ ਦੇ ਤੁਰਨ ਫਿਰਨ, ਖੜ੍ਹਨ ਬੈਠਣ ਅਤੇ ਉਸ ਦੇ ਸਰੀਰਿਕ ਅਤੇ ਡਰੈਸ ਤੋਂ ਲੈ ਕੇ ਹਰ ਗੱਲ ਦੇ ਵਿੱਚ ਸਫਾਈ ਹੋਣੀ ਚਾਹੀਦੀ ਹੈ, ਬਲਕਿ ਉਸ ਦੇ ਬੋਲਣ ਦੇ ਵਿੱਚ ਜਾਂ ਗੱਲ ਕਰਨ ਦੇ ਵਿੱਚ ਵੀ ਸਫਾਈ ਹੋਣੀ ਚਾਹੀਦੀ ਹੈ। ਸਫਾਈ ਉਵੇਂ ਨਹੀਂ ਕਿ ਇਕੱਲੀ ਸਿਰਫ ਗੰਦਗੀ ਨੂੰ ਹੀ, ਮਤਲਬ ਕਿ ਸਫਾਈ ਦਾ ਮਤਲਬ ਹੈ ਕਿ ਉਸ ਦੇ ਬੋਲਣ ਚਾਲਣ ਦਾ ਢੰਗ ਸਾਫ ਸੁਥਰਾ ਅਤੇ ਮਨਮੋਹਕ ਹੋਣਾ ਚਾਹੀਦਾ ਹੈ। ਉਹ ਦੇਖਣ ਦੇ ਵਿੱਚ ਵੀ ਸਾਫ ਸੁਥਰਾ ਅਤੇ ਮਨਮੋਹਕ ਹੋਣਾ ਚਾਹੀਦਾ ਹੈ। ਇਸ ਲਈ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਅੱਗੇ ਗੱਲ ਕਰਦੇ ਹਾਂ ਸੁਰੱਖਿਆ ਇੱਕ ਸੁਰੱਖਿਆ ਗਾਰਡ ਲਈ ਬਹੁਤ ਜ਼ਿਆਦਾ ਅਹਿਮ ਅੰਗ ਹੈ, ਕਿਉਂਕਿ ਸੁਰੱਖਿਆ ਗਾਰਡ ਨੂੰ ਸਿਰਫ ਇੱਕ ਡਿਊਟੀ ਹੀ ਸੁਰੱਖਿਆ ਦੇ ਰਿਗਾਰਡਿੰਗ ਹੀ ਬਣਦੀ ਹੈ। ਇੱਕ ਸੁਰੱਖਿਆ ਗਾਰਡ ਦੀ ਡਿਊਟੀ ਆਪਣੀ ਸੁਰੱਖਿਆ ਅਤੇ ਜੋ ਕਰਮਚਾਰੀ ਉੱਥੇ ਕੰਮ ਕਰਦੇ ਹਨ ਜਾਂ ਜੋ ਅਹਾਤੇ ਦੇ ਅੰਦਰ ਆਉਂਦੇ ਹਨ ਜਾਂ ਜਾਂਦੇ ਹਨ, ਇਹਨਾਂ ਸਭ ਦੀ ਸੁਰੱਖਿਆ ਇੱਕ ਸੁਰੱਖਿਆ ਗਾਰਡ ਦੀ ਡਿਊਟੀ ਹੈ। ਕਿਸੇ ਵੀ ਵਿਅਕਤੀ ਵੱਲੋਂ ਕੋਈ ਸ਼ਰਾਰਤ ਜਾਂ ਕੋਈ ਕਿਸੇ ਕਿਸਮ ਦੀ ਦੁਰਘਟਨਾ ਕਰਨ 'ਤੇ ਸੁਰੱਖਿਆ ਗਾਰਡ ਦੀ ਡਿਊਟੀ ਹੈ ਉਸ ਦੁਰਘਟਨਾ ਜਾਂ ਉਸ ਆਫਤ ਦਾ ਸਾਹਮਣਾ ਕਰਨਾ, ਆਪ ਦਾ ਬਚਾਓ ਅਤੇ ਉੱਥੇ ਰਹਿੰਦੇ ਜਾਂ ਕੰਮ ਕਰਦੇ ਬੰਦਿਆਂ ਦਾ ਬਚਾਓ ਕਰਨਾ। ਆਓ ਹੁਣ ਆਪਾਂ ਗੱਲ ਕਰੀਏ ਨਿੱਜੀ ਸੁਰੱਖਿਆ 'ਤੇ। ਇੱਕ ਕਾਰੋਬਾਰ ਮਾਲਕ ਹੋਣ ਦੇ ਨਾਂ 'ਤੇ ਤੁਸੀਂ ਇਹ ਯਕੀਨੀ ਬਣਾਉਣਾ ਹੈ ਕਿ ਕਾਨੂੰਨੀ ਤੌਰ 'ਤੇ ਜ਼ਿੰਮੇਵਾਰ ਹੋ ਕਿ ਤੁਹਾਡੀ ਕੰਮ ਵਾਲੀ ਥਾਂ ਉੱਤੇ ਕਰਮਚਾਰੀ ਲਈ ਸੁਰੱਖਿਅਤ ਵਾਤਾਵਰਨ ਹੈ। ਤੁਸੀਂ ਸੁਰੱਖਿਅਤ ਕਾਰਜ ਪ੍ਰਣਾਲੀ ਜਿਵੇਂ ਕਿ ਘਟਨਾ ਦੀ ਰਿਪੋਰਟ ਅਤੇ ਸਹਾਇਤਾ ਸਮੇਤ ਕਈ ਅਜਿਹੇ ਕਾਨੂੰਨ ਨੂੰ ਲਾਗੂ ਕੀਤੇ ਹੋਏ ਹਨ ਅਤੇ ਆਪਣੇ ਸਟਾਫ ਨੂੰ ਕੰਮ ਵਾਲੀ ਜਗ੍ਹਾ ਦੀ ਨਿੱਜੀ ਸੁਰੱਖਿਆ ਵਿੱਚ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਅਤੇ ਅਗਰ ਤੁਹਾਡੇ ਕੋਈ ਸਟਾਫ ਵਿੱਚ ਕੋਈ ਦੁਰਘਟਨਾ ਦੀ ਸਥਿਤੀ ਵਿੱਚ ਕਿਹੜਾ ਕਦਮ ਉਠਾਉਣਾ ਚਾਹੀਦਾ ਹੈ, ਉਸ ਬਾਰੇ ਜਾਣਕਾਰੀ ਰੱਖਦਾ ਹੈ, ਤਾਂ ਉਸ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜੋਖਮ ਪ੍ਰਬੰਧ ਕਰਨ ਦੀ ਨੀਤੀ ਦੇ ਲਈ ਉਸ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਸਟਾਫ ਨੂੰ ਸੁਰੱਖਿਆ ਅਤੇ ਜੋਖਮ ਦੀ ਪਹਿਚਾਣ ਕਰਵਾਉਣਾ ਅਤੇ ਉਹਨਾਂ ਨੂੰ ਘੱਟ ਕਰਨਾ, ਪ੍ਰਬੰਧਨ ਦੀ ਤਿਆਰੀ ਅਤੇ ਯੋਜਨਾ ਕਰਨੀ ਸਭ ਇੱਕ ਸਟਾਫ ਅਤੇ ਸੁਰੱਖਿਆ ਗਾਰਡ ਨੂੰ ਜਾਣਕਾਰੀ ਮੁਹੱਈਆ ਕਰਵਾਉਣੀ ਅਤੇ ਟ੍ਰੇਨਿੰਗ ਵੀ ਸਪੈਸ਼ਲ ਦੇਣੀ ਚਾਹੀਦੀ ਹੈ। ਇਸ ਤੋਂ ਅੱਗੇ ਗੱਲ ਕਰੀਏ ਕੰਮ ਵਾਲੀ ਥਾਂ 'ਤੇ ਸੁਰੱਖਿਆ ਕਾਰਜ ਪ੍ਰਣਾਲੀਆਂ। ਕਾਰਜ ਸਥਾਨ ਵਿੱਚ ਤੁਹਾਡੇ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਣਾਲੀਆਂ ਨੂੰ ਲਾਗੂ ਕਰਨਾ ਮਹੱਤਵਪੂਰਨ ਹੈ। ਇਸ ਵਿੱਚ ਸਟਾਫ ਦੇ ਜਲਦੀ ਕੰਮ ਕਰਨ ਅਤੇ ਦੇਰ ਨਾਲ ਘਰ ਜਾਣ ਵਾਲੇ, ਰਾਤ ਨੂੰ ਇਕੱਲੇ ਜਾਂ ਇਕੱਲਤਾ ਵਿੱਚ ਕੰਮ ਕਰਨ ਵਾਲੇ ਸਟਾਫ ਲਈ ਸੁਰੱਖਿਆ ਕਾਰਜ ਪ੍ਰਣਾਲੀਆਂ ਸ਼ਾਮਿਲ ਹੁੰਦੀਆਂ ਹਨ।
ਜਿਨ੍ਹਾਂ ਨੂੰ ਵਧੇਰੇ ਸੁਰੱਖਿਆ ਜੋਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਸ ਸਟਾਫ ਨੂੰ ਸੁਰੱਖਿਅਤ ਅਭਿਆਸ ਨੂੰ ਲਾਗੂ ਕਰਨ ਲਈ ਬਹੁਤ ਜ਼ਰੂਰਤ ਹੈ ਜੋ ਘਰਾਂ ਦੀ ਯਾਤਰਾ ਕਰਦੇ ਹਨ ਅਤੇ ਘਰ ਤੋਂ ਦੂਰ ਸੰਚਾਰ ਕਰਦੇ ਹਨ ਜਾਂ ਦਫ਼ਤਰ ਤੋਂ ਦੂਰ ਕੰਮ ਕਰਦੇ ਹਨ। ਜਲਦ ਕੰਮ ਕਰਨ ਜਾਂ ਦੇਰ ਜਾਣ ਦੇ ਲਈ ਕਾਫੀ ਮੁਸ਼ਕਲਾਂ ਜਾਂ ਕਿਸੇ ਦੁਰਘਟਨਾ ਹੋਣ ਦਾ ਆਸਰਾ ਹੋ ਸਕਦਾ ਹੈ। ਇਸ ਦੇ ਲਈ ਉਸ ਦੁਰਘਟਨਾ ਦਾ ਮੁਕਾਬਲਾ ਕਰਨ ਜਾਂ ਉਸ ਦਾ ਪ੍ਰਬੰਧ ਕਰਨ ਦੇ ਲਈ ਕਰਮਚਾਰੀ ਨੂੰ ਸੁਰੱਖਿਅਤ ਅਭਿਆਸ ਜਾਂ ਉਸ ਦਾ ਪ੍ਰਬੰਧ ਕਰਨ ਦੇ ਲਈ ਉਸ ਨੂੰ ਸਿਖਲਾਈ ਜਾਂ ਟ੍ਰੇਨਿੰਗ ਦੇਣੀ ਜ਼ਰੂਰੀ ਹੈ। ਆਓ ਹੁਣ ਗੱਲ ਕਰੀਏ ਕਾਰਜ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਕੰਮ ਕਰਨ ਜਾਂਦੇ ਹਾਂ ਤਾਂ ਉਸ ਵਕਤ ਸਾਨੂੰ ਦਾਖਲ ਹੋਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਵਿੱਚੋਂ ਹੈ ਜਿਵੇਂ ਜਿੰਨਾ ਵੀ ਸੰਭਵ ਹੋ ਸਕੇ ਕੰਮ ਵਾਲੀ ਜਗ੍ਹਾ ਦੇ ਨੇੜੇ ਤੇੜੇ ਵਾਲੀ ਆਬਾਦੀ ਵਾਲੇ ਖੇਤਰ ਦੇ ਨਜ਼ਦੀਕ ਹੋਵੇ। ਕੰਮ ਲਈ ਆਸ-ਪਾਸ ਦੇ ਕਿਸੇ ਵੀ ਵਿਅਕਤੀ ਨੂੰ ਪਹਿਲ ਦੇ ਆਧਾਰ 'ਤੇ ਰੱਖੋ। ਜਬਰੀ ਦਾਖਲੇ ਦੀ ਕੋਸ਼ਿਸ਼ਾਂ ਦੇ ਸੰਕੇਤ ਦੀ ਜਾਣਕਾਰੀ ਕਰੋ। ਅਗਰ ਕੋਈ ਵਿਅਕਤੀ ਜਬਰੀ ਤੌਰ 'ਤੇ ਅੰਦਰ ਦਾਖਲ ਹੋਣਾ ਚਾਹੁੰਦਾ ਹੈ, ਉਸ ਦਾ ਮੰਤਵ ਕਿਸੇ ਹੋਰ ਗੱਲ ਨੂੰ ਲੈ ਕੇ ਹੈ, ਤਾਂ ਤੁਹਾਨੂੰ ਯਕੀਨ ਨਹੀਂ ਹੁੰਦਾ ਕਿ ਤੁਹਾਡੇ ਕੰਮ ਵਾਲੀ ਥਾਂ ਸੁਰੱਖਿਅਤ ਹੈ, ਤਾਂ ਪੁਲਿਸ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹੈ। ਆਓ ਹੁਣ ਅੱਗੇ ਗੱਲ ਕਰੀਏ ਕੰਮ ਵਾਲੀ ਜਗ੍ਹਾ ਛੱਡਣ ਤੋਂ ਪਹਿਲਾਂ ਜਾਂ ਕੰਮ ਹੋਣ ਤੋਂ ਉਪਰੰਤ ਸਾਨੂੰ ਕਿਹੜੀਆਂ ਸੁਰੱਖਿਆ ਦੀਆਂ ਪ੍ਰਣਾਲੀਆਂ ਦੇਖਣੀਆਂ ਜਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਹੈ ਕਰਮਚਾਰੀ ਨੂੰ ਸਲਾਹ ਦਿਓ ਕਿ ਤੁਸੀਂ ਦੇਰ ਨਾਲ ਕੰਮ ਕਰ ਰਹੇ ਹੋ ਤਾਂ ਤੁਸੀਂ ਘਰ ਰਹਿਣ ਦੀ ਕਿਸ ਸਮੇਂ ਉਮੀਦ ਕਰਦੇ ਹੋ। ਇਸ ਦਾ ਮਤਲਬ ਜਦੋਂ ਬੰਦਾ ਦੇਰ ਰਾਤ ਕੰਮ ਕਰਦਾ ਹੈ ਤਾਂ ਉਹ ਉਸ ਵਕਤ ਕਦੋਂ ਘਰ ਜਾਣਾ ਚਾਹੁੰਦਾ ਹੈ ਜਾਂ ਕਿੰਨੇ ਘੰਟੇ ਕੰਮ ਕਰਨਾ ਚਾਹੁੰਦਾ ਹੈ, ਉਹ ਸਭ ਜਾਣਕਾਰੀ ਉੱਥੇ ਦਫ਼ਤਰ ਵਿੱਚ ਹੋਣੀ ਜ਼ਰੂਰੀ ਹੈ। ਇਸ ਤੋਂ ਅੱਗੇ ਹੈ ਕੰਮ ਵਾਲੀ ਜਗ੍ਹਾ ਤੋਂ ਬਾਹਰ ਕਿਸੇ ਦੀ ਉਡੀਕ ਕਰ ਰਹੇ ਵਿਅਕਤੀ ਉੱਪਰ ਨਜ਼ਰ ਰੱਖੋ। ਜੇ ਕਿਸੇ ਉੱਪਰ ਸ਼ੱਕ ਹੈ ਤਾਂ ਅਲਾਰਮ ਸਿਸਟਮ ਦੀ ਵਰਤੋਂ ਕਰੋ ਜੇ ਉਪਲਬਧ ਹੋਵੇ ਤਾਂ। ਜੇ ਨਹੀਂ ਉਪਲਬਧ ਹੈ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਅੱਗੇ ਹੈ ਰਾਤ ਨੂੰ ਜਾਂ ਇਕੱਲਤਾ ਵਿੱਚ ਇਕੱਲੇ ਕੰਮ ਕਰਨਾ। ਰਾਤ ਨੂੰ ਜਾਂ ਰਿਮੋਟ ਤੋਂ ਇਕੱਲੇ ਕੰਮ ਕਰਨਾ ਕਿਸੇ ਵੀ ਨੌਕਰੀ ਦੇ ਜੋਖਮ ਨੂੰ ਵਧਾਉਂਦਾ ਹੈ। ਇਕੱਲੇ ਕੰਮ ਕਰਨ ਦੇ ਨਾਲ ਕਿਸੇ ਅੱਗ ਲੱਗਣ ਜਾਂ ਕਿਸੇ ਹੋਰ ਦੁਰਘਟਨਾ ਸਮੇਂ ਇਕੱਲੇ ਵਿਅਕਤੀ ਨੂੰ ਉਸ ਦਾ ਪ੍ਰਬੰਧ ਜਾਂ ਉਸ ਦੀ ਸਮੱਸਿਆ ਦਾ ਹੱਲ ਲੱਭਣਾ ਔਖਾ ਹੋ ਜਾਂਦਾ ਹੈ। ਆਓ ਅੱਗੇ ਗੱਲ ਕਰੀਏ ਕੰਮ ਵਾਲੀ ਥਾਂ ਉੱਪਰ ਕਿਹੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਸਟਾਫ ਦੁਆਰਾ ਸਰੀਰਕ ਸੰਪਰਕ। ਕਿਸੇ ਵਿਅਕਤੀ ਦਾ ਸਰੀਰਕ ਸ਼ੋਸ਼ਣ ਹੁੰਦਾ ਹੋਵੇ। ਜਵਾਨੀ ਟਿੱਪਣੀ ਤੇ ਗੈਰ ਜਵਾਨੀ ਕਾਰਵਾਈਆਂ। ਕਿਸੇ ਨੂੰ ਗਾਲਾਂ ਕੱਢਣੀਆਂ ਜਾਂ ਕਿਸੇ ਨੂੰ ਗਲਤ ਇਸ਼ਾਰੇ ਕਰਨੇ। ਅਪਮਾਨਜਨਕ ਇਸ਼ਾਰੇ। ਕੋਈ ਗਲਤ ਜਾਂ ਕੋਈ ਗਾਲਾਂ ਵਾਲੇ ਇਸ਼ਾਰੇ ਕਰਨੇ। ਅਣਉਚਿਤ ਈਮੇਲਸ। ਕਿਸੇ ਕਿਸਮ ਦੇ ਕੋਈ ਗਲਤ ਮੈਸੇਜ ਜਾਂ ਈਮੇਲ ਭੇਜਣੇ। ਮਨੋਵਿਗਿਆਨ ਅਤੇ ਸਰੀਰਕ ਤੌਰ 'ਤੇ ਕੰਮ ਵਾਲੀ ਜਗ੍ਹਾ 'ਤੇ ਪਰੇਸ਼ਾਨ ਕਰਨਾ। ਕਿਸੇ ਵਿਅਕਤੀ ਨੂੰ ਮਨੋਵਿਗਿਆਨਿਕ ਜਾਂ ਸਰੀਰਕ ਤੌਰ 'ਤੇ ਮਤਲਬ ਕਿਸੇ ਕੰਮ ਦਾ ਜ਼ਿਆਦਾ ਪ੍ਰੈਸ਼ਰ ਪਾਉਣਾ ਜਾਂ ਉਸ ਦੇ ਸਰੀਰ ਤੋਂ ਜ਼ਿਆਦਾ ਕੰਮ ਲਏ ਜਾਣਾ। ਆਓ ਗੱਲ ਕਰੀਏ ਅੱਗੇ ਸਿਕਿਉਰਿਟੀ ਗਾਰਡ ਜਾਂ ਸੁਰੱਖਿਆ ਗਾਰਡ ਵੱਲੋਂ ਪ੍ਰਾਪਰਟੀ ਨੂੰ ਬਚਾਉਂਦੇ ਹੋਏ ਭੀੜ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਹੈ ਪਲੈਨਿੰਗ ਕਿ ਕਿਸੇ ਕੰਮ ਜਾਂ ਭੀੜ ਨਾਲ ਕਿਵੇਂ ਗੱਲ ਕਰਨੀ ਜਾਂ ਉਸ ਨੂੰ ਕਿਵੇਂ ਡੀਲ ਕਰਨਾ, ਉਸ ਦੀ ਪਲੈਨਿੰਗ ਕਰਨੀ। ਇਸ ਤੋਂ ਅੱਗੇ ਹੈ ਆਪਣੀ ਸਮਝਦਾਰੀ ਨਾਲ ਕੰਮ ਕਰਨਾ। ਇਸ ਸਮਝਦਾਰੀ ਨੂੰ ਇੰਨਾ ਕੁ ਧਿਆਨ ਨਾਲ ਕੰਮ ਕਰਨਾ ਕਿਉਂਕਿ ਭੀੜ ਭੜਕੇ ਵੀ ਨਾ ਅਤੇ ਉਸ ਦਾ ਹੱਲ ਵੀ ਨਿਕਲ ਸਕੇ। ਇਸ ਤੋਂ ਅੱਗੇ ਹੈ ਜੋਖਿਮ ਨੂੰ ਸਵੀਕਾਰ ਕਰਨਾ। ਭੀੜ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਵੀ ਹੋ ਸਕਦਾ ਹੈ, ਇਸ ਲਈ ਜੋਖਿਮ ਨੂੰ ਸਵੀਕਾਰ ਕਰਨ ਦੇ ਨਾਲ ਉਸ ਦਾ ਕੰਮ ਕਰਨਾ
ਅਤੇ ਉਸ ਦਾ ਹੱਲ ਕੱਢਣਾ ਵੀ ਜ਼ਰੂਰੀ ਹੈ। ਇਸ ਤੋਂ ਅੱਗੇ ਹੈ ਭੀੜ ਨਾਲ ਗੱਲਬਾਤ ਕਰਨਾ। ਇੱਕ ਸੁਰੱਖਿਆ ਗਾਰਡ ਨੂੰ ਹੀ ਅੱਗੇ ਹੋ ਕੇ ਭੀੜ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਉਸ ਦੀ ਕੀ ਸਮੱਸਿਆ ਹੈ ਅਤੇ ਕੀ ਹੱਲ ਕੱਢਣਾ ਚਾਹੀਦਾ ਹੈ। ਇਸ ਤੋਂ ਅੱਗੇ ਹੈ ਆਪਣੀ ਟੀਮ ਨਾਲ ਗੱਲ ਕਰਨਾ। ਸੁਰੱਖਿਆ ਗਾਰਡ ਨੂੰ ਆਪਣੇ ਸੀਨੀਅਰ ਜਾਂ ਆਪਣੇ ਨਾਲ ਦੇ ਸਾਥੀਆਂ ਨਾਲ ਵੀ ਗੱਲਬਾਤ ਕਰਕੇ ਉਸ ਦਾ ਅੱਗੇ ਕੋਈ ਹੱਲ ਕੱਢਣਾ ਚਾਹੀਦਾ ਹੈ। ਇਸ ਤੋਂ ਅੱਗੇ ਹੈ ਸਮੀਖਿਆ। ਸਮੀਖਿਆ ਦੇ ਵਿੱਚ ਇਹ ਹੈ ਕਿ ਉਸ ਦੀ ਸਾਰੀ ਰਿਪੋਰਟ ਤਿਆਰ ਕਰਨੀ ਅਤੇ ਉਹ ਸਭ ਧਿਆਨ ਰੱਖਣਾ ਕਿ ਇਸ ਦਾ ਕਿੱਥੋਂ ਹੱਲ ਕੀਤਾ ਗਿਆ ਅਤੇ ਇਹ ਭੀੜ ਕਿਉਂ ਇਕੱਠੀ ਹੋਈ ਸੀ ਅਤੇ ਇਸ ਦਾ ਹੱਲ ਕਿਸ ਤਰ੍ਹਾਂ ਕੱਢਿਆ ਗਿਆ ਸੀ। ਆਓ ਅੱਗੇ ਗੱਲ ਕਰੀਏ ਜਲਣਸ਼ੀਲ ਦੀ ਸੁਰੱਖਿਅਤ ਭੰਡਾਰਨ, ਮਤਲਬ ਜੋ ਉਹਨਾਂ ਨੂੰ ਜਲਦੀ ਅੱਗ ਲੱਗ ਜਾਂਦੀ ਹੈ ਤਾਂ ਉਹਨਾਂ ਦਾ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ। ਜਲਣਸ਼ੀਲ ਅਤੇ ਜਲਣਸ਼ੀਲ ਤਰਲ ਨੂੰ ਕਾਨੂੰਨ ਅਨੁਸਾਰ ਸਟੋਰ ਕਰਨਾ ਚਾਹੀਦਾ ਹੈ, ਜਿਸ ਵਿੱਚ ਇਮਾਰਤ, ਅੱਗ ਅਤੇ ਬਿਜਲਈ ਕੋਡ ਵੀ ਸ਼ਾਮਿਲ ਹੋਣੇ ਚਾਹੀਦੇ ਹਨ ਜੋ ਤੁਹਾਡੇ ਕਾਰਜ ਸਥਾਨ 'ਤੇ ਲਾਗੂ ਹੁੰਦੇ ਹਨ। ਇਹ ਕਾਨੂੰਨੀ ਸਟੋਰੇਜ ਖੇਤਰ ਦੀਆਂ ਕਿਸਮਾਂ ਨੂੰ ਨਿਰਧਾਰਿਤ ਕਰਦੇ ਹਨ, ਜਿਵੇਂ ਕਿ ਸਟੋਰੇਜ ਰੂਮ ਅਤੇ ਅਲਮਾਰੀਆਂ ਇਹਨਾਂ ਤਰਲ ਵਾਸਤੇ ਆਗਿਆ ਦਿੱਤੀਆਂ ਜਾਂਦੀਆਂ ਹਨ। ਉਹ ਇਹ ਵੀ ਵਰਣਨ ਕਰਦੇ ਹਨ ਕਿ ਸਟੋਰੇਜ ਖੇਤਰਾਂ ਅਤੇ ਜਲਣਸ਼ੀਲ ਤਰਲਾਂ ਦੀ ਮਾਤਰਾ ਨੂੰ ਵਿਭਿੰਨ ਕਿਸਮਾਂ ਦੇ ਕੰਟੇਨਰਾਂ ਵਿੱਚ ਕਿਵੇਂ ਬਣਾਉਣਾ ਹੈ, ਜਿਨ੍ਹਾਂ ਨੂੰ ਤੁਸੀਂ ਹਰੇਕ ਕਿਸਮ ਦੇ ਸਟੋਰੇਜ ਖੇਤਰ ਵਿੱਚ ਸਟੋਰ ਕਰ ਸਕਦੇ ਹੋ। ਉਤਪਾਦਨ ਦੀ ਮਾਤਰਾ ਕਿੰਨੀ, ਜਾਂ ਇਸ ਨੂੰ ਸਟੋਰ ਕਿਵੇਂ ਕਰਨਾ ਹੈ, ਜਾਂ ਇਸ ਉੱਤੇ ਕਿਹੜੀਆਂ ਪਾਬੰਦੀਆਂ ਹੋ ਸਕਦੀਆਂ ਹਨ, ਇਹਨਾਂ ਸਭ ਦੇ ਬਾਰੇ ਜਾਣਕਾਰੀ ਪਹਿਲਾਂ ਤੋਂ ਹੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਸਟੋਰ ਕਰਨ ਤੋਂ ਬਾਅਦ ਇਸ ਤੋਂ ਬਾਅਦ ਕਿਸੇ ਕਿਸਮ ਦਾ ਖਤਰਾ ਨਾ ਹੋਵੇ ਅਤੇ ਇਸ ਦੇ ਉੱਪਰ ਅੱਗ ਲੱਗਣ ਦਾ ਖਤਰਾ ਘੱਟ ਹੋ ਸਕੇ। ਆਓ ਅੱਗੇ ਗੱਲ ਕਰੀਏ ਖੋਜ ਦੇ ਦੌਰਾਨ ਨਿੱਜੀ ਸੁਰੱਖਿਆ ਦੀ ਕੀ ਭੂਮਿਕਾ ਹੈ। ਇਸ ਦੇ ਵਿੱਚ ਲੋਕਾਂ ਦੀ ਤਲਾਸ਼ੀ, ਗੱਡੀਆਂ ਦੀ ਤਲਾਸ਼ੀ, ਸਮਾਨ ਦੀ ਤਲਾਸ਼ੀ ਅਤੇ ਇਮਾਰਤਾਂ ਦੇ ਅਹਾਤਿਆਂ ਦੀ ਤਲਾਸ਼ੀ ਲੈਣਾ ਜ਼ਰੂਰੀ ਹੈ, ਕਿਉਂਕਿ ਇਹਨਾਂ ਨੂੰ ਸਮੇਂ-ਸਮੇਂ ਬਾਅਦ ਤਲਾਸ਼ੀ ਲੈਣੀ ਜ਼ਰੂਰੀ ਹੁੰਦੀ ਹੈ। ਪਰ 100% ਜਾਂ ਬਿਲਕੁਲ ਲਗਾਤਾਰ ਤਲਾਸ਼ੀ ਸੰਭਵ ਨਹੀਂ ਹੈ। ਇਸ ਲਈ ਕੁਝ ਗਿਣੇ ਚੁਣੇ ਵਿਅਕਤੀ ਜਾਂ ਗੱਡੀਆਂ ਜਾਂ ਸਟੋਰਾਂ ਅਤੇ ਅਹਾਤਿਆਂ ਦੀ ਛਾਣਬੀਣ ਜਾਂ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਤਲਾਸ਼ੀ ਦਾ ਮਕਸਦ ਕੁਝ ਹੱਦ ਤੱਕ ਪੂਰਾ ਹੋ ਸਕੇ। ਤਲਾਸ਼ੀ ਦੇ ਵਿੱਚ ਕੁਝ ਕੁ ਗੱਲਾਂ ਹਨ, ਜਿਵੇਂ ਕਿ ਸਟੋਰਾਂ ਵਿੱਚੋਂ ਮਾੜੀ ਮੋਟੀ ਚੋਰੀ ਰੁਕ ਸਕਦੀ ਹੈ। ਦਸਤਾਵੇਜ਼ ਅਜੇ ਨਾਜ਼ੁਕ ਡਾਟੇ ਦੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ। ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਗੈਰ ਕਾਨੂੰਨੀ ਸਮਾਨ ਜਾਂ ਚੀਜ਼ਾਂ ਇਮਾਰਤਾਂ ਦੇ ਅਹਾਤਿਆਂ ਦੇ ਵਿੱਚ ਦਾਖਲ ਨਾ ਹੋਣ ਜਾਂ ਉਹਨਾਂ ਤੋਂ ਇਮਾਰਤਾਂ ਤੋਂ ਦਾਖਲ ਬਾਹਰ ਨਾ ਹੋਣ, ਚੋਰੀ ਨਾ ਹੋਵੇ। ਇਸ ਤੋਂ ਅੱਗੇ ਹੈ ਖਤਰਨਾਕ ਜਾਂ ਗੁਪਤ ਸਾਹਿਤ ਦੇ ਹਫੜਾ ਦਫੜੀ ਪੈਦਾ ਕਰਨ ਵਾਲੇ ਸਮਾਨ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕੇ, ਜੋ ਕਿ ਕਿਸੇ ਵੱਡੀ ਆਫਤ ਦਾ ਕਾਰਨ ਵੀ ਹੋ ਸਕਦੇ ਹਨ। ਆਓ ਅੱਗੇ ਗੱਲ ਕਰੀਏ ਸਫਾਈ। ਸਫਾਈ ਇੱਕ ਸੁਰੱਖਿਆ ਗਾਰਡ ਲਈ ਅਹਿਮ ਅੰਗ ਹੈ। ਜਿਵੇਂ ਕਿ ਭੋਜਨ ਦੀ ਸਫਾਈ ਅਤੇ ਸੁਰੱਖਿਆ ਆਮ ਤੌਰ 'ਤੇ ਸੂਖਮ ਜੀਵ ਜਾਂ ਰੋਗਾਣੂਆਂ ਨਾਲ ਦੂਸ਼ਿਤ ਹੋਣ ਦਾ ਹਵਾਲਾ ਦਿੰਦੀ ਹੈ, ਜਦੋਂ ਕਿ ਸੰਚਾਰਿਤ ਰੋਗਾਂ ਵਿੱਚ ਸ਼ਬਦ ਛੂਤਕਾਰੀ ਏਜੰਟ ਨੂੰ ਤਰਜੀਹ ਦਿੰਦੀ ਹੈ। ਪੂਰੀ ਦੁਨੀਆ ਦੇ ਲੋਕ ਹਰ ਰੋਜ਼ ਬਿਮਾਰੀਆਂ ਨਾਲ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੁੰਦੇ ਹਨ, ਜੋ ਕਿ ਗੈਰ ਸਿਹਤ ਅਤੇ ਅਸੁਰੱਖਿਅਤ ਭੋਜਨ ਖਾਣ ਨਾਲ ਪੈਦਾ ਹੁੰਦੇ ਹਨ। ਸਾਨੂੰ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਚੰਗੇ ਸਫਾਈ ਅਭਿਆਸਾਂ 'ਤੇ ਜ਼ੋਰ ਦੇਣਾ ਪਏਗਾ। ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਭੋਜਨ ਖਾਣ ਦੇ ਨਤੀਜੇ ਵਜੋਂ ਹੁੰਦੀਆਂ ਹਨ, ਜਿਸ ਵਿੱਚ ਛੂਤਕਾਰੀ ਜਾਂ ਜ਼ਹਿਰੀਲੇ ਪਦਾਰਥ ਹੁੰਦੇ ਹਨ। ਭੋਜਨ ਜੋ ਅਸੀਂ ਖਾ ਰਹੇ ਹਾਂ ਉਹ ਦੂਸ਼ਿਤ ਤੱਤਾਂ ਜਿਵੇਂ ਕਿ ਸੂਖਮ ਜੀਵ ਅਤੇ ਰਸਾਇਣਾਂ ਤੋਂ ਮੁਕਤ ਹੋਣਾ ਚਾਹੀਦਾ ਹੈ। ਇਹ ਸੈਸ਼ਨ ਭੋਜਨ ਦੀ ਸਫਾਈ ਅਤੇ ਸੁਰੱਖਿਆ ਦੇ ਸਿਧਾਂਤ ਪੇਸ਼ ਕਰੇਗਾ। ਤੁਸੀਂ ਭੋਜਨ ਨਿਰੰਤਰ ਭੋਜਨ ਜਾਂਚ ਅਤੇ ਸਹਾਇਕ ਲਾਗੂ ਕਰਨ ਦੇ ਉਪਾਵਾਂ ਬਾਰੇ ਸਿੱਖੋਗੇ,
ਜੋ ਭੋਜਨ ਦੀ ਸਫਾਈ ਅਤੇ ਸੁਰੱਖਿਆ ਵਿੱਚ ਯੋਗਦਾਨ ਪਾ ਸਕਦੇ ਹਨ। ਇੱਕ ਸੁਰੱਖਿਆ ਗਾਰਡ ਤੰਦਰੁਸਤ ਤਾਂ ਹੀ ਹੋ ਸਕਦਾ ਹੈ ਅਗਰ ਜੇ ਉਹ ਤੰਦਰੁਸਤ ਭੋਜਨ ਖਾਂਦਾ ਹੈ। ਇੱਕ ਸੁਰੱਖਿਆ ਗਾਰਡ ਲਈ ਨਹੀਂ ਬਲਕਿ ਹਰ ਇੱਕ ਵਿਅਕਤੀ ਲਈ, ਬਲਕਿ ਵਿਦਿਆਰਥੀ ਜਾਂ ਨੌਜਵਾਨ ਜਾਂ ਬਜ਼ੁਰਗ ਤੱਕ ਸੁਰੱਖਿਅਤ ਭੋਜਨ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਤੰਦਰੁਸਤ ਰਹਿ ਸਕਣ। ਇਸ ਸੈਸ਼ਨ ਜਾਂ ਇਸ 10ਵੀਂ ਕਲਾਸ ਦੇ ਯੂਨਿਟ ਦੇ ਵਿੱਚ ਅਸੀਂ ਸਫਾਈ ਦੇ ਨਾਲ ਨਾਲ ਅਸੀਂ ਸੁਰੱਖਿਆ ਕਿਵੇਂ ਰੱਖ ਸਕਦੇ ਹਾਂ ਉਸ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ। ਅੱਗੇ ਗੱਲ ਕਰੀਏ ਨਿੱਜੀ ਸਾਫ ਸਫਾਈ। ਇਸ ਦੇ ਵਿੱਚ ਹੈ ਆਪਦੀ ਖੁਦ ਦੀ ਸਾਫ ਸਫਾਈ ਤਾਂ ਕਿ ਅਸੀਂ ਸਾਫ ਸੁਥਰੇ ਦਿਖੀਏ ਅਤੇ ਸਾਫ ਸੁਥਰੇ ਲੱਗੀਏ ਤਾਂ ਕਿ ਅਸੀਂ ਡਿਊਟੀ ਸਮੇਂ ਹਰ ਇੱਕ ਵਿਅਕਤੀ ਨੂੰ ਚੰਗੇ ਅਤੇ ਸਾਫ ਸੁਥਰੇ ਦਿਖੀਏ। ਇਸ ਦੇ ਵਿੱਚ ਕੁਝ ਗੱਲਾਂ ਹਨ ਜਿਵੇਂ ਕਿ ਨਿੱਜੀ ਸਾਫ ਸਫਾਈ, ਆਪਣੀ ਸਾਫ ਸਫਾਈ, ਸਾਫ ਸੁਥਰੀ ਵਰਦੀ, ਆਪਣੀ ਵਰਦੀ ਨੂੰ ਸਾਫ ਸੁਥਰੇ ਰੱਖਣਾ, ਪਹਿਚਾਣ ਪੱਤਰ ਆਪਣਾ ID ਕਾਰਡ ਗਲ ਦੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਸ ਦੁਆਰਾ ਸਾਡਾ ਨਾਮ, ਪਤਾ, ਅਹੁਦਾ ਹਰ ਚੀਜ਼ ਕਲੀਅਰ ਹੁੰਦੀ ਹੋਵੇ। ਅਤੇ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਜਿਵੇਂ ਕਿ ਸਾਡਾ ਭੋਜਨ ਸਾਫ ਸੁਥਰਾ ਹੋਣਾ ਚਾਹੀਦਾ ਅਤੇ ਹਮੇਸ਼ਾ ਸਮੇਂ ਸਿਰ ਹੀ ਖਾਣਾ ਚਾਹੀਦਾ ਹੈ। ਇਸ ਤੋਂ ਅੱਗੇ ਹੈ ਸਾਫ ਸਫਾਈ ਲਈ ਵਰਦੀ ਦੀਆਂ ਕਿਹੜੀਆਂ ਜ਼ਰੂਰੀ ਗੱਲਾਂ ਹੋ ਸਕਦੀਆਂ ਹਨ। ਵਰਦੀ ਹਮੇਸ਼ਾ ਸਾਫ ਸੁਥਰੀ ਹੋਣੀ ਚਾਹੀਦੀ ਹੈ, ਧੋਤੀ ਹੋਣੀ ਚਾਹੀਦੀ ਹੈ। ਵਰਦੀ ਹਮੇਸ਼ਾ ਪ੍ਰੈਸ ਕੀਤੀ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਕੋਈ ਵੱਟ ਜਾਂ ਵਲ ਨਹੀਂ ਹੋਣੇ ਚਾਹੀਦੇ। ਵਰਦੀ ਪੂਰੀ ਤਰ੍ਹਾਂ ਫਿੱਟ ਹੋਣੀ ਚਾਹੀਦੀ ਹੈ ਕਿਉਂਕਿ ਖੁੱਲ੍ਹੀ ਜਾਂ ਬਹੁਤੀ ਤੰਗ ਪੈਂਟ, ਉੱਚੀ ਜਾਂ ਪੈਂਟ ਨੀਵੀਂ ਜਾਂ ਸ਼ਰਟ ਦੇ ਬਟਨ ਜਾਂ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਵਰਦੀ 'ਤੇ ਦਾਗ ਲੱਗੇ ਨਹੀਂ ਹੋਣੇ ਚਾਹੀਦੇ ਅਤੇ ਵਰਦੀ ਦੇ ਡਰੈਸ ਕੋਡ ਸਹੀ ਹੋਣਾ ਚਾਹੀਦਾ ਹੈ। ਅਗਰ ਕਿਸੇ ਸੁਰੱਖਿਆ ਗਾਰਡ ਦੀ ਵਰਦੀ ਨੀਲੇ ਰੰਗ ਦੀ ਹੈ ਤਾਂ ਉਸ ਦਾ ਨੀਲਾ ਰੰਗ ਹੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਨਹੀਂ ਹੋਣਾ ਚਾਹੀਦਾ ਕਿ ਸੁਰੱਖਿਆ ਗਾਰਡ ਦੀ ਵਰਦੀ ਨੀਲੀ ਹੈ ਕਿ ਆਪਾਂ ਕਿਸੇ ਹੋਰ ਕਿਸਮ ਦਾ ਰੰਗ ਪਾਇਆ ਜਾਵੇ। ਆਓ ਅੱਗੇ ਗੱਲ ਕਰੀਏ ਨਿੱਜੀ ਸਫਾਈ ਦੀਆਂ ਕੁਝ ਜ਼ਰੂਰੀ ਗੱਲਾਂ ਕਿਹੜੀਆਂ ਹਨ ਜੋ ਕਿ ਸਾਨੂੰ ਸਾਫ ਸੁਥਰਾ ਦਿਖਾਉਂਦੀਆਂ ਹਨ ਅਤੇ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਸਾਫ ਸੁਥਰੇ ਲੱਗ ਸਕਦੇ ਹਾਂ। ਪਹਿਲੀ ਹੈ ਨਹੁੰ ਸਾਫ ਸੁਥਰੇ ਅਤੇ ਕੱਟ ਕੇ ਰੱਖਣੇ ਚਾਹੀਦੇ ਹਨ। ਇਸ ਤੋਂ ਅੱਗੇ ਹੈ ਸਾਬਣ ਨਾਲ ਨਹਾਉਣਾ ਚਾਹੀਦਾ ਹੈ। ਸਾਡੇ ਵਿੱਚ ਬਦਬੂ ਜਾਂ ਗੰਦੀ ਸਮੈਲ ਨਹੀਂ ਆਉਣੀ ਚਾਹੀਦੀ ਜੋ ਕਿ ਪਸੀਨੇ ਅਤੇ ਆਮ ਕਿਸੇ ਜਗ੍ਹਾ ਉੱਪਰ ਕੰਮ ਕਰਨ ਦੇ ਕਾਰਨ ਆਉਂਦੀ ਹੈ। ਸਾਨੂੰ ਹਮੇਸ਼ਾ ਰੋਜ਼ ਨਹਾਉਣਾ ਚਾਹੀਦਾ ਹੈ, ਉਹ ਵੀ ਸੁਬਾਹ ਉੱਠ ਕੇ ਰੋਜ਼ ਇਸ਼ਨਾਨ ਕਰਨਾ ਚਾਹੀਦਾ ਹੈ। 3 ਸਮੇਂ ਭੋਜਨ ਕਰਨਾ ਚਾਹੀਦਾ ਹੈ। ਤੰਦਰੁਸਤ ਰਹਿਣ ਦੇ ਲਈ ਭੋਜਨ ਸੰਤੁਲਿਤ ਹੋਣਾ ਜ਼ਰੂਰੀ ਹੈ। ਵਰਦੀ ਹਮੇਸ਼ਾ ਸਾਫ ਸੁਥਰੀ ਹੋਣੀ ਚਾਹੀਦੀ ਹੈ। ਪੈਰ ਹਮੇਸ਼ਾ ਸਾਫ ਸੁਥਰੇ ਹੋਣੇ ਚਾਹੀਦੇ ਹਨ। ਉਹਨਾਂ ਦੇ ਵਿੱਚ ਬੂਟ ਹਮੇਸ਼ਾ ਪਾਏ ਹੋਣੇ ਚਾਹੀਦੇ ਹਨ ਅਤੇ ਬੂਟਾਂ ਦੇ ਨਾਲ ਜਰਾਬਾਂ ਵੀ ਹੋਣੀਆਂ ਚਾਹੀਦੀਆਂ ਹਨ। ਬੂਟ ਹਮੇਸ਼ਾ ਸਾਫ ਅਤੇ ਪੋਲਿਸ਼ ਕੀਤੇ ਹੋਏ ਹੋਣੇ ਚਾਹੀਦੇ ਹਨ। ਇਸ ਤੋਂ ਅੱਗੇ ਹੈ ਦੰਦਾਂ ਦੀ ਸਫਾਈ। ਦੰਦਾਂ 'ਤੇ ਹਮੇਸ਼ਾ ਬਰੱਸ਼ ਕਰਨਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਲਾ ਦੁਆਲਾ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਆਪਣੇ ਵਾਲ ਹਮੇਸ਼ਾ ਸਾਫ ਸੁਥਰੇ ਅਤੇ ਧੋਤੇ ਹੋਣੇ ਚਾਹੀਦੇ ਹਨ। ਉਹਨਾਂ ਦੇ ਉੱਪਰ ਕੰਘੀ ਦਾ ਵੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਕੋਈ ਖਾਣਾ ਖਾਣ ਤੋਂ ਪਹਿਲਾਂ ਜਾਂ ਕੋਈ ਕੰਮ ਕਰਨ ਤੋਂ ਪਹਿਲਾਂ ਗੰਦੇ ਹੱਥ ਹਮੇਸ਼ਾ ਧੋਣੇ ਚਾਹੀਦੇ ਹਨ। ਵਾਲ ਹਮੇਸ਼ਾ ਸਹੀ ਤਰ੍ਹਾਂ ਕੱਟ ਕੇ ਰੱਖਣੇ ਚਾਹੀਦੇ ਹਨ। ਵਾਸ਼ਰੂਮ ਜਾਣ ਲਈ ਹਮੇਸ਼ਾ ਪਖਾਨਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਆਲਾ ਦੁਆਲਾ ਸਾਫ ਸੁਥਰਾ ਅਤੇ ਕੀਟਾਣੂ ਰਹਿਤ ਹੋਵੇ। ਛਿੱਕ ਮਾਰਨ ਸਮੇਂ ਜਾਂ ਹੋਰ ਕਈ ਕੰਮਾਂ ਦੇ ਲਈ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਕੀਟਾਣੂ ਜਾਂ ਬਿਮਾਰੀ ਆਪਦੀ ਕਿਸੇ ਹੋਰ ਵਿਅਕਤੀ ਨੂੰ ਨਾ ਲੱਗ ਸਕੇ। ਇਸ ਤੋਂ ਅੱਗੇ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਇੱਕ ਸੁਰੱਖਿਆ ਗਾਰਡ ਐਨ ਮਨਮੋਹਕ ਅਤੇ ਸਾਫ ਸੁਥਰਾ ਦਿਖ ਸਕਦਾ ਹੈ। ਹੁਣ ਆਪਾਂ ਸਾਰੇ ਸੈਸ਼ਨ ਜਾਂ ਸਾਰੇ ਯੂਨਿਟ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇੱਕ ਸੁਰੱਖਿਆ ਗਾਰਡ ਲਈ ਸਫਾਈ ਅਤੇ ਸੁਰੱਖਿਆ ਦੋਨੋਂ ਅਹਿਮ ਅੰਗ ਹਨ ਕਿਉਂਕਿ ਸੁਰੱਖਿਆ ਦੇ ਨਾਲ ਨਾਲ ਸਫਾਈ ਵੀ ਸੁਰੱਖਿਆ ਗਾਰਡ ਲਈ ਜ਼ਰੂਰੀ ਹੈ। ਸੁਰੱਖਿਆ
ਉਸ ਦੀ ਆਪਦੀ ਅਤੇ ਉੱਥੇ ਕੰਮ ਕਰਦੇ ਅਹਾਤੇ ਦੇ ਸਭ ਲੋਕਾਂ ਦੀ ਕਰਨੀ ਜ਼ਰੂਰੀ ਹੈ। ਨਾਲ ਉਸ ਦੀ ਆਪਦੀ ਸਫਾਈ ਵੀ ਜ਼ਰੂਰੀ ਹੈ, ਕਿਉਂਕਿ ਉਸ ਨੂੰ ਜੋ ਸਭ ਤੋਂ ਅਲੱਗ ਦਿਖਾਈ ਦਿੰਦੀ ਹੈ। ਇਸ ਲਈ ਆਪਾਂ ਸਭ ਨੂੰ ਆਪਦੇ ਅਤੇ ਆਪਦੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ। ਸਿਰਫ ਸੁਰੱਖਿਆ ਗਾਰਡ ਲਈ ਨਹੀਂ, ਸਾਨੂੰ ਆਪਣੇ ਆਪ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ। ਅਤੇ ਇਸ ਦੇ ਨਾਲ ਸਾਨੂੰ ਆਪਣੇ ਆਪ ਇੰਨੀ ਕੁ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਕਿਸੇ ਕਿਸਮ ਦੀ ਕੋਈ ਆਫਤ ਜਾਂ ਕਿਸੇ ਕਿਸਮ ਦੀ ਕੋਈ ਦੁਰਘਟਨਾ ਸਮੇਂ ਸਾਨੂੰ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਨੂੰ ਉਹਦੇ ਲਈ ਵੀ ਤਿਆਰ ਅਤੇ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਹੈ। ਇਸ ਲਈ ਸਾਨੂੰ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਸਾਨੂੰ ਸਫਾਈ ਅਤੇ ਸੁਰੱਖਿਆ ਦੇ ਮੰਤਵ ਨੂੰ ਲੈ ਕੇ ਸਾਨੂੰ ਦੋਨਾਂ ਗੱਲਾਂ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਧੰਨਵਾਦ।